ਸਤਿ ਸ਼੍ਰੀ ਅਕਾਲ ਸਟੂਡੈਂਟ, ਮੈਂ ਰੁਪਿੰਦਰ ਕੌਰ ਕੈਮਿਸਟਰੀ ਲੈਕਚਰਰ ਗੁਰੂ ਨਾਨਕ ਦੇਵ ਬਹੁ ਤਕਨੀਕੀ ਕਾਲਜ। ਸੋ ਅਸੀਂ ਆਪਣੇ ਉਸੇ ਲੈਕਚਰ ਨੂੰ ਫਰਦਰ ਕੰਟੀਨਿਊ ਕਰ ਰਹੇ ਹਾਂ। ਸੋ ਅਸੀਂ ਜਿਹੜਾ ਚੈਪਟਰ ਡਿਸਕਸ ਕਰ ਰਹੇ ਸੀ ਉਸ ਚੈਪਟਰ ਦਾ ਨਾਮ ਸੀ ਬੇਸਿਕ ਕਨਸੈਪਟਸ ਆਫ ਕੈਮਿਸਟਰੀ, ਜਿਹਦੇ ਵਿੱਚ ਅੱਜ ਮੈਂ ਕੁਝ ਡੈਫੀਨੇਸ਼ਨਸ ਡਿਸਕਸ ਕਰਨ ਲੱਗੀ ਹਾਂ। ਸੋ ਸਾਰਿਆਂ ਨਾਲੋਂ ਪਹਿਲੇ ਨੰਬਰ ਤੇ ਆਪਾਂ ਜਿਹੜੀ ਡੈਫੀਨੇਸ਼ਨ ਡਿਸਕਸ ਕਰਾਂਗੇ ਉਹ ਡੈਫੀਨੇਸ਼ਨ ਹੈ ਜੀ ਐਟਮ ਦੀ। ਐਟਮ ਕੀ ਹੈ? ਐਟਮ the ultimate particle of an element is called the atom। ਕਿਸੇ ਵੀ ਐਲੀਮੈਂਟ ਦਾ ਸੂਖਮ ਤੋਂ ਸੂਖਮ ਕਣ, ਮਤਲਬ ਮੰਨ ਲਓ ਜੇ ਮੇਰੇ ਕੋਲ ਅਸੀਂ ਐਲੀਮੈਂਟ ਐਗਜ਼ਾਮਪਲ ਲੈਂਦੇ ਆ ਲੋਹੇ ਦਾ ਜੇ ਅਸੀਂ ਇੱਕ ਟੁਕੜਾ ਲੈ ਲਈਏ, ਉਹਨੂੰ ਬਰੀਕ ਪੀਸਦੇ ਜਾਈਏ, ਜਿਹੜੇ ਕਣ ਲਾਸਟ ਦੇ ਵਿੱਚ ਜਾ ਕੇ ਸਾਡੇ ਕੋਲ ਬਚਣਗੇ, ਜਿਨ੍ਹਾਂ ਨੂੰ ਫਰਦਰ ਡਿਵਾਈਡ ਕਰਨਾ ਪੋਸੀਬਲ ਨਹੀਂ ਹੋਊਗਾ, ਉਹਨਾਂ ਪਾਰਟੀਕਲਸ ਨੂੰ ਅਸੀਂ ਐਟਮਸ ਕਵਾਂਗੇ। ਮਤਲਬ ਲੋਹੇ ਦੇ ਐਟਮ ਕਵਾਂਗੇ, ਆਇਰਨ ਦੇ ਐਟਮਸ ਕਵਾਂਗੇ, ਠੀਕ। ਔਰ ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਲਈਏ ਤਾਂ ਐਟਮ ਕਹਿੰਦੇ ਆ ਜੀ ਪਰਮ ਅਣੂ, ਪਰਮ ਅਣੂ ਮਤਲਬ ਜਿਹਨੂੰ ਫਰਦਰ ਇੱਕ ਸੂਖਮ ਕਣ, ਜਿਹਨੂੰ ਫਰਦਰ ਤੋੜਨਾ ਪੋਸੀਬਲ ਨਹੀਂ ਹੈਗਾ। The ultimate particle of an element is called atom। It may or may not be capable of independent existence। An atom can neither be created nor be destroyed। ਸੋ ਇਸ ਡੈਫੀਨੇਸ਼ਨ ਨੂੰ ਮੈਂ ਪੂਰੇ ਮੁਕੰਮਲ ਤੌਰ ਤੇ ਫਿਰ ਤੋਂ ਦੁਬਾਰਾ ਸਮਝਾਉਣ ਲੱਗੀ ਹਾਂ। ਸੋ ਸਟੂਡੈਂਟ ਨੂੰ ਨਾਰਮਲੀ ਇਹ ਛੋਟੀਆਂ ਚੀਜ਼ਾਂ ਦਾ ਮਤਲਬ ਨਹੀਂ ਪਤਾ ਹੁੰਦਾ ਹੈ। ਐਲੀਮੈਂਟ ਜਿਹੜੇ, ਜਿਸ ਤਰ੍ਹਾਂ ਐਲੀਮੈਂਟ ਵੀ ਪਦਾਰਥ ਦਾ ਇੱਕ ਸੂਖਮ ਰੂਪ ਹੈ, ਲੇਕਿਨ ਹਰ ਇੱਕ ਐਲੀਮੈਂਟ ਕੁਝ ਹੋਰ ਬਰੀਕ ਪਾਰਟੀਕਲ ਤੋਂ ਵੀ ਬਣਿਆ ਹੋਇਆ ਹੁੰਦਾ ਹੈ। ਉਹਨਾਂ ਸੂਖਮ ਕਣਾਂ ਨੂੰ ਅਸੀਂ ਐਟਮਸ ਕਹਿੰਦੇ ਆ। ਫॉर ਐਗਜ਼ਾਮਪਲ ਜੇ ਮੈਂ ਕਾਰਬਨ ਦਾ ਇੱਕ ਟੁਕੜਾ ਲਿੱਤਾ ਹੈ ਤਾਂ ਕਾਰਬਨ ਦੇ ਉਸ ਟੁਕੜੇ ਦੇ ਵਿੱਚ ਜਿਹੜੇ ਅਲਟੀਮੇਟ ਪਾਰਟੀਕਲਸ ਪ੍ਰੈਜ਼ੈਂਟ ਹੈ, ਥੀਸ ਪਾਰਟੀਕਲਸ ਆਰ ਨੋਨ ਐਜ਼ ਦਾ ਐਟਮਸ ਆਫ ਕਾਰਬਨ। ਸਿਮਿਲਰਲੀ ਜੇ ਮੈਂ ਇੱਕ ਲੋਹੇ ਦਾ ਟੁਕੜਾ ਲਿੱਤਾ, ਆਇਰਨ ਦਾ ਇੱਕ ਪੀਸ ਲਿੱਤਾ ਹੈ, ਉਸ ਆਇਰਨ ਦੇ ਪੀਸ ਦੇ ਵਿੱਚ the ultimate particles, these are the atoms of iron। So what is an atom? This is the fundamental particle of an element। Mean to say ਜੇ ਅਸੀਂ ਕਿਸੇ ਵੀ ਐਲੀਮੈਂਟ ਦੀ ਐਗਜ਼ਾਮਪਲ ਲੈਂਦੇ ਆ ਤਾਂ ਉਹ ਐਲੀਮੈਂਟ ਫਰਦਰ ਕਾਹਦੇ ਬਣੇ ਹੁੰਦੇ ਆ? They are made up of atoms। ਅੱਗੇ ਇਸ ਡੈਫੀਨੇਸ਼ਨ ਦੇ ਵਿੱਚ ਇਹਨਾਂ ਨੇ ਲਿਖਿਆ ਹੈ it may or may not be capable of independent existence। ਜਿਹੜੇ ਐਟਮ ਹੈ ਇੱਕ ਦੂਜੇ ਤੋਂ ਆਈਸੋਲੇਟ ਰਹਿ ਵੀ ਸਕਦੇ ਆ ਔਰ ਆਈਸੋਲੇਟ ਨਹੀਂ ਵੀ ਰਹਿ ਸਕਦੇ। ਨਾਰਮਲੀ ਜਿਹੜੇ ਐਟਮ ਹੈ ਇੱਕ ਦੂਜੇ ਨਾਲ ਕੈਮੀਕਲ ਬੌਂਡਿੰਗ ਦੇ ਥਰੂ ਜੁੜੇ ਹੋਏ ਹੁੰਦੇ ਆ ਔਰ ਇਹ ਆਈਸੋਲੇਟ ਨਹੀਂ ਰਹਿ ਸਕਦੇ ਕਿਉਂਕਿ ਹਰ ਇੱਕ ਐਟਮ ਦੇ ਆਊਟਰਮੋਸਟ ਸ਼ੈਲ ਜਿਹੜਾ ਉਹ ਕੰਪਲੀਟ ਨਹੀਂ ਹੁੰਦਾ। ਮਤਲਬ ਉਹਨਾਂ ਦੇ ਵਿੱਚ 8 ਇਲੈਕਟ੍ਰੋਨ ਨਹੀਂ ਹੁੰਦੇ। ਉਸ 8 ਇਲੈਕਟ੍ਰੋਨ ਨੂੰ ਲੈਣ ਦੇ ਚੱਕਰ ਦੇ ਵਿੱਚ ਐਟਮ ਨਾਰਮਲੀ ਇੱਕ ਦੂਜੇ ਨਾਲ ਬੌਂਡ ਬਣਾ ਕੇ ਰਹਿੰਦੇ ਆ, ਜਾਂ ਇੱਕ ਦੂਜੇ ਨਾਲ ਇਲੈਕਟ੍ਰੋਨ ਦਾ ਆਦਾਨ ਪ੍ਰਦਾਨ ਕਰਕੇ, ਜਾਂ ਇੱਕ ਦੂਜੇ ਨਾਲ ਇਲੈਕਟ੍ਰੋਨ ਸ਼ੇਅਰ ਕਰਕੇ। ਸੋ ਨਾਰਮਲੀ ਜਿੰਨੇ ਵੀ ਐਟਮ ਹੈ ਬੌਂਡਡ ਸਟੇਟ ਦੇ ਵਿੱਚ ਮਿਲਦੇ ਆ ਸਾਨੂੰ। they can't exist independently। ਲੇਕਿਨ ਨੋਬਲ ਗੈਸਿਸ ਜਿਹੜੀਆਂ, ਉਹਨਾਂ ਦੇ ਜਿਹੜੇ ਐਟਮ ਹੈ they can exist independently। ਫॉर ਐਗਜ਼ਾਮਪਲ ਜੇ ਅਸੀਂ ਹੀਲੀਅਮ ਲਈਏ, ਹੀਲੀਅਮ ਦੇ ਕੇਸ ਦੇ ਵਿੱਚ ਹੀਲੀਅਮ ਦੇ ਐਟਮ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਸਕਦੇ ਆ। ਜੇ ਅਸੀਂ ਨਿਓਨ ਲਈਏ, ਨਿਓਨ ਦੇ ਐਟਮ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਸਕਦੇ ਆ। ਲੇਕਿਨ ਉਹਦੇ ਕੰਪੈਰੀਟਿਵਲੀ ਜੇ ਮੈਂ ਹਾਈਡਰੋਜਨ ਲਵਾਂ, ਹਾਈਡਰੋਜਨ ਦੇ ਐਟਮ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜੇ ਅਸੀਂ ਸੋਡੀਅਮ ਲਈਏ, ਸੋਡੀਅਮ ਦਾ ਐਟਮ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰ ਸਕਦਾ। ਇਹਦੀ ਵਜ੍ਹਾ ਇਹ ਹੈ ਕਿ ਹਾਈਡਰੋਜਨ ਤੇ ਸੋਡੀਅਮ ਦੇ ਕੇਸ ਦੇ ਵਿੱਚ ਇਹਨਾਂ ਦੇ ਆਊਟਰਮੋਸਟ ਸ਼ੈਲ ਜਿਹੜੇ ਆ ਉਹ ਕੰਪਲੀਟ ਨਹੀਂ ਹੁੰਦੇ ਔਰ ਨੋਬਲ ਗੈਸਿਸ ਦੇ ਕੇਸ ਦੇ ਵਿੱਚ ਇਹਨਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਪੂਰਾ ਹੁੰਦਾ ਹੈ। ਮਤਲਬ ਇਹਨਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਜਾਂ ਤਾਂ 2 ਇਲੈਕਟ੍ਰੋਨ ਹੋਣਗੇ ਜਾਂ ਇਹਨਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਹੋਣਗੇ। ਇਸ ਕਰਕੇ ਇਹਨਾਂ ਐਲੀਮੈਂਟ ਦਾ ਆਊਟਰਮੋਸਟ ਸ਼ੈਲ ਪੂਰਾ ਹੋਣ ਕਰਕੇ ਇਹਨਾਂ ਨੂੰ ਕਿਸੇ ਦੇ ਨਾਲ ਜੁੜ ਕੇ ਰਹਿਣ ਦੀ ਜ਼ਰੂਰਤ ਨਹੀਂ ਪੈਂਦੀ। ਦੇ ਕੈਨ ਐਗਜ਼ਿਸਟ ਇੰਡੀਪੈਂਡੈਂਟਲੀ। ਪਰ ਨੋਬਲ ਗੈਸਿਸ ਤੋਂ ਇਲਾਵਾ ਜਿੰਨੇ ਵੀ ਹੋਰ ਐਲੀਮੈਂਟ ਪੀਰੀਓਡਿਕ ਟੇਬਲ ਦੇ ਵਿੱਚ ਹੈਗੇ ਆ, ਉਹ ਸਾਰੇ ਇੱਕ ਦੂਜੇ ਨਾਲ ਬੌਂਡਿੰਗ ਬਣਾ ਕੇ ਰਹਿੰਦੇ ਆ। ਸੋ ਦੇ
can't exist independently because ਉਹਨਾਂ ਦਾ outermost shell ਜਿਹੜਾ ਉਹ fully filled ਨਹੀਂ ਹੁੰਦਾ। ਸੋ ਨੈਕਸਟ ਹੈ ਜੀ, ਇਸ ਡੈਫੀਨੇਸ਼ਨ ਦੇ ਵਿੱਚ ਉਹਨਾਂ ਨੇ ਇੱਕ ਗੱਲ ਲਿੱਤੀ ਹੈ, an atom can neither be created nor be destroyed। ਜਿਹੜੇ ਐਟਮ ਹੈ ਇਹਨਾਂ ਨੂੰ ਨਿਊਕਲੀਅਰ ਫਿਸ਼ਨ ਜਾਂ ਫਿਊਜ਼ਨ ਦੇ ਥਰੂ ਤਾਂ ਬਣਾਇਆ ਜਾ ਸਕਦਾ ਜਾਂ ਤੋੜਿਆ ਜਾ ਸਕਦਾ, ਲੇਕਿਨ ਸਿੰਪਲ ਕਿਸੇ ਵੀ ਕੈਮੀਕਲ ਜਾਂ ਫਿਜ਼ੀਕਲ ਮੈਥਡ ਦੇ ਦੁਆਰਾ ਐਟਮ ਨੂੰ ਡਿਸਟਰੋਏ ਕਰਨਾ ਪੋਸੀਬਲ ਨਹੀਂ ਹੈਗਾ। ਫੋਰ ਐਗਜ਼ਾਮਪਲ ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਇਹਨਾਂ ਦੀ ਮੈਂ ਐਗਜ਼ਾਮਪਲ ਦੱਸੀ ਸੀ ਕਿ ਇਹਨਾਂ ਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਨਹੀਂ ਹੁੰਦੀ, ਲੇਕਿਨ ਇਹਨਾਂ ਦੇ ਕੰਪੈਰੇਟਿਵਲੀ ਨੋਬਲ ਗੈਸਿਸ ਦੇ ਐਲੀਮੈਂਟ ਦੀ ਐਗਜ਼ਿਸਟੈਂਸ ਜਿਹੜੀ ਉਹ ਇੰਡੀਪੈਂਡੈਂਟ ਹੁੰਦੀ ਹੈ। ਇਸ ਤੋਂ ਅਗਲੀ ਜਿਹੜੀ ਮੈਂ ਡੈਫੀਨੇਸ਼ਨ ਡਿਸਕਸ ਕਰਨ ਲੱਗੀ ਹਾਂ ਉਹ ਹੈਗੀ ਹੈ ਜੀ ਡੈਫੀਨੇਸ਼ਨ ਮੋਲੀਕਿਊਲ ਦੀ। ਦ ਅਲਟੀਮੇਟ ਪਾਰਟੀਕਲ ਆਫ ਅ ਕੰਪਾਊਂਡ ਇਜ਼ ਕਾਲਡ ਦ ਮੋਲੀਕਿਊਲ। ਕਿਸੇ ਕੰਪਾਊਂਡ ਦਾ ਜਿਹੜਾ ਅਲਟੀਮੇਟ ਸੂਖਮ ਕਣ ਹੈ, ਅਲਟੀਮੇਟ ਪਾਰਟੀਕਲ ਹੈ, ਉਹਨੂੰ ਅਸੀਂ ਮੋਲੀਕਿਊਲ ਕਹਿੰਦੇ ਆ। ਅਸੀਂ ਜਿਸ ਤਰ੍ਹਾਂ ਸਟੂਡੈਂਟਸ ਮੈਟਰ ਦੀਆਂ ਦੋ ਪਿਓਰੈਸਟ ਫਾਰਮ ਪੜ੍ਹੀਆਂ ਸੀਗੀਆਂ, one purest form was element and other purest form was compound. So element, its ultimate particle is atom। और जे असी एग्जाम्पल कंपाउंड की लिती, जिस तरह एलिमेंट लाइक कार्बन, इस तरह नाइट्रोजन, ऑक्सीजन, सल्फर, ये सारे एलीमेंट है, लेकिन जदों ये एलीमेंट आपस दे विच किसी निश्चित अनुपात दे विच जुड़ते हैं फिर साडे कोल की बनते हैं कंपाउंड। जिस तरह वाटर, दिस इज़ ए कंपाउंड, ऑक्सीजन गैस, दिस इज़ ए कंपाउंड, कार्बन डाइऑक्साइड गैस, दिस इज़ ए कंपाउंड, सोडियम क्लोराइड, दिस इज़ ए कंपाउंड, मीथेन गैस, दिस इज़ ए कंपाउंड। सो किसी कंपाउंड, दिस मीन टू से जिहड़ा कंपाउंड है ਉਹਦਾ ਜਿਹੜਾ ਅਲਟੀਮੇਟ ਪਾਰਟੀਕਲ ਹੈ, ਦ ਅਲਟੀਮੇਟ ਪਾਰਟੀਕਲ ਆਫ ਕੰਪਾਊਂਡ ਇਜ਼ ਨੋਨ ਐਜ਼ ਮੋਲੀਕਿਊਲ। ਕਿਸੇ ਵੀ ਕੰਪਾਊਂਡ ਦਾ ਅਲਟੀਮੇਟ ਪਾਰਟੀਕਲ ਕੀ ਹੈ? ਮੋਲੀਕਿਊਲ। ਕੋਈ ਵੀ ਕੰਪਾਊਂਡ ਦੇ ਵਿੱਚ ਜਿਹੜੀਆਂ ਯੂਨਿਟ ਆਪਸ ਦੇ ਵਿੱਚ ਜੁੜ ਕੇ ਕਿਸੇ ਕੰਪਾਊਂਡ ਨੂੰ ਕੋਈ ਆਕਾਰ ਦਿੰਦੀਆਂ, ਉਹਨਾਂ ਯੂਨਿਟਸ ਨੂੰ ਅਸੀਂ ਕੀ ਕਹਿੰਦੇ ਆ? ਮੋਲੀਕਿਊਲ। ਜਿਵੇਂ ਸਿੰਪਲ ਜੀ ਮੈਂ ਇਹਦੀ ਐਗਜ਼ਾਮਪਲ ਲੈ ਕੇ ਦੱਸਦੀ ਹਾਂ। ਮੰਨ ਲਓ ਸਾਡੇ ਕੋਲ ਇੱਕ ਪਾਣੀ ਦਾ ਗਲਾਸ ਭਰਿਆ ਹੋਇਆ ਹੈ, राइट। सो दिस इज ए ग्लास फुल ऑफ वाटर, और इस पानी दे ग्लास दे विच ग्लास लिक्विड जिहड़ा साडे कोल पानी है लिक्विड फॉर्म दे विच है, पर इस पानी दे विच साडे कोल की प्रेजेंट है? वी हैव द मॉलिक्यूल्स ऑफ वाटर। जिहड़े ਸਾਡੇ ਕੋਲ ਪਾਣੀ ਆ, ਪਾਣੀ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਬੇਸਿਕ ਯੂਨਿਟ ਇੱਕ ਦੂਜੇ ਨਾਲ ਜੁੜ ਕੇ ਪਾਣੀ ਨੂੰ ਇੱਕ ਆਕਾਰ ਦਿੰਦੀਆਂ, ਇੱਕ ਬੋਡੀ ਦਿੰਦੀਆਂ, ਔਰ ਉਹ ਸਾਡੇ ਕੋਲ ਕੀ ਹੈ? ਥੀਸ ਆਰ ਦਾ ਮੋਲੀਕਿਊਲਸ ਆਫ ਵਾਟਰ, ਰਾਈਟ। ਤਾਂ ਇਹ ਪਾਣੀ ਦਾ ਪੂਰਾ ਗਲਾਸ ਦੇ ਵਿੱਚ ਜਿਹੜੀ ਚੀਜ਼ ਅਸੀਂ ਭਰ ਕੇ ਰੱਖੀ ਹੋਈ ਆ, ਦੈਟ ਇਜ਼ ਵਾਟਰ, ਐਂਡ ਵਾਟਰ ਇਜ਼ ਦਾ एग्जाम्पल ऑफ कंपाउंड। पर ये वाटर कुछ छोटिया यूनिट नूं मिल के बनया होया, और उस अल्टीमेट पार्टिकल जां उन्हां फंडामेंटल यूनिट नूं असीं की कहने आ? मॉलिक्यूल्स। सो स्टूडेंट्स, द मॉलिक्यूल साडे कोल की होया है? व्हाट आर द मॉलिक्यूल्स? द अल्टीमेट पार्टिकल ऑफ ए कंपाउंड इज कॉल्ड द मॉलिक्यूल। A molecule is the smallest particle of an element or compound which is capable of independent existence। Molecule किसी भी compound का वो basic unit है ਜਿਹੜਾ ਕਿ ਇੰਡੀਪੈਂਡੈਂਟ ਐਗਜ਼ਿਸਟੈਂਸ ਰੱਖਦਾ ਹੈ। ਜਿਸ ਤਰ੍ਹਾਂ ਰਾਜੇ ਅਸੀਂ ਪਾਣੀ ਆ, ਪਾਣੀ ਲਿਕੁਇਡ ਫਾਰਮ ਦੇ ਵਿੱਚ ਹੈ, ਅਸੀਂ ਇਹਨੂੰ ਭਾਫ ਦੇ ਵਿੱਚ ਚੇਂਜ ਕਰ ਦਈਏ ਤਾਂ ਸਾਰੇ ਐਟਮ ਇੱਕ ਦੂਜੇ ਤੋਂ ਵੱਖਰੇ ਹੋ ਜਾਣਗੇ। ਹੁਣ ਜਦੋਂ ਪਾਣੀ ਗੈਸਿਸ ਦੀ ਫਾਰਮ ਦੇ ਵਿੱਚ ਹੈਗੇ ਆ, ਤਦ ਪਾਣੀ ਦੇ ਹਰ ਇੱਕ ਮੋਲੀਕਿਊਲ ਇੱਕ ਦੂਜੇ ਨਾਲੋਂ ਅਲੱਗ ਹੋ ਗਏ। ਇਹਦਾ ਮਤਲਬ ਜਿਹੜੇ ਮੋਲੀਕਿਊਲ ਹੈ ਦੇ ਆਰ ਕੈਪੇਬਲ ਆਫ ਇੰਡੀਪੈਂਡੈਂਟ ਐਗਜ਼ਿਸਟੈਂਸ, ਕਿਉਂਕਿ ਇੱਕ ਦੂਜੇ ਦੇ ਨਾਲ ਜੁੜਨ ਤੋਂ ਬਾਅਦ ਹਰ ਇੱਕ ਐਲੀਮੈਂਟ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਪੂਰਾ ਹੋ ਗਿਆ। ਇਸ ਕਰਕੇ ਜਿਹੜਾ ਮੋਲੀਕਿਊਲ ਹੈ ਉਹ ਇੰਡੀਪੈਂਡੈਂਟਲੀ ਇੱਕ ਦੂਜੇ ਨਾਲੋਂ ਆਈਸੋਲੇਟ ਹੋ ਕੇ ਰਹਿ ਸਕਦੇ ਆ। ਲੇਕਿਨ ਜਿਹੜੇ ਐਟਮ ਹੈ ਨੋਬਲ ਗੈਸਿਸ ਨੂੰ ਛੱਡ ਕੇ ਹੋਰ ਕੋਈ ਵੀ ਐਟਮ ਇੱਕ ਦੂਜੇ ਨਾਲੋਂ ਆਈਸੋਲੇਟ ਹੋ ਕੇ ਨਹੀਂ ਰਹਿ ਸਕਦੇ। ਵਜ੍ਹਾ ਉਹਦੀ ਇਹੋ ਹੈ ਕਿ ਉਹਨਾਂ ਦੇ ਬਾਹਰਲੇ ਸ਼ੈਲ ਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਪੂਰਾ ਨਹੀਂ ਹੁੰਦਾ। ਸੋ ਮੋਲੀਕਿਊਲ represent a group of two or more atoms।
ਸਮ ਸੇਮ ਔਰ ਡਿਫਰੈਂਟ। ਮੋਲੀਕਿਊਲ ਕੀ ਹੈ? अलग अलग एटम का एक ग्रुप है और वो जिहड़े एटम है सेम भी हो सकते हैं। जिस तरह मैं एग्जाम्पल लिती H2 हाइड्रोजन मॉलीक्यूल दी। हुण इस हाइड्रोजन मॉलीक्यूल दे विच दोनों एटम कहदे आ हाइड्रोजन दे आ। ਇਹਦਾ मतलब दोनों एटम की नेचर सेम नहीं हैगी। ਇਹਦੇ कंपैरेटिवली जे ਅਸੀਂ वाटर की एग्जाम्पल ले लीए, वाटर के केस ਦੇ ਵਿੱਚ ਸਾਡੇ ਕੋਲ दो तरह के एलीमेंट के एटम है, एक ऑक्सीजन एटम है तो दो हाइड्रोजन एटम है। इस करके वाटर ਦੇ ਵਿੱਚ प्रेजेंट तीनों एटम ਜਿਹੜੇ ਆ ਇਹਦੇ ਵਿੱਚ दो तरह के एटम है, एक तो हाइड्रोजन दे ते दूसरा एटम काहदा है जी साडे कोल ऑक्सीजन दा। सो मॉलिक्यूल रिप्रेजेंट ए ग्रुप ऑफ टू और मोर एटम सेम और डिफरेंट which are chemically bonded to each other and held tightly by strong attractive forces। ਕਿਸੇ ਵੀ ਮੋਲੀਕਿਊਲ ਦੇ ਵਿੱਚ ਜਿਹੜੇ ਵੀ ਐਟਮ ਪ੍ਰੈਜ਼ੈਂਟ ਹੈ ਉਹ ਇੱਕ ਦੂਜੇ ਦੇ ਨਾਲ ਫੋਰਸਿਸ ਆਫ ਅਟਰੈਕਸ਼ਨ ਦੇ ਥਰੂ ਬਾਈਂਡ ਹੋਏ ਹੁੰਦੇ ਆ ਔਰ ਇਹਨਾਂ ਫੋਰਸਿਸ ਆਫ ਅਟਰੈਕਸ਼ਨ ਨੂੰ ਅਸੀਂ ਕੀ ਕਹਿੰਦੇ ਆ? these forces of attraction are known as chemical bonding। so ਮੋਲੀਕਿਊਲ ਦੇ ਵਿੱਚ ਕਹਿਣ ਦਾ ਮਤਲਬ ਕੋਈ ਵੀ ਮੋਲੀਕਿਊਲ ਅਲੱਗ-ਅਲੱਗ ਐਟਮਸ ਨੂੰ ਮਿਲਾ ਕੇ ਬਣਿਆ ਹੋਇਆ ਹੁੰਦਾ, ਪਰ ਇਹ ਐਟਮ ਇੱਕ ਦੂਜੇ ਦੇ ਨਾਲ ਕੈਮੀਕਲ ਬੌਂਡ ਦੇ ਥਰੂ ਜੁੜੇ ਹੋਏ ਹੁੰਦੇ ਆ। ਸੋ ਅੱਗੇ ਹੈ ਜੀ ਮੋਲੀਕਿਊਲ, जिस तरह H2 मॉलीक्यूल है, O2 मॉलीक्यूल है। सो हाइड्रोजन मॉलीक्यूल दे विच दो हाइड्रोजन एटम एक दूजे नाल जुड़े हुए हैं। इस तरह O2 मॉलीक्यूल दे विच दो ऑक्सीजन एटम एक दूजे नाल डबल बॉन्ड दे थ्रू जुड़े हुए हैं। मॉलीक्यूल्स दी अगे टाइप डिस्कस कीती हैं। मॉलीक्यूल दो तरह के हैं, मॉलीक्यूल्स ऑफ एलीमेंट्स और मॉलीक्यूल ऑफ कंपाउंड। मॉलीक्यूल ऑफ एलीमेंट्स formed by combining the atoms of same element। ਜਦੋਂ ਇੱਕੋ ਹੀ ਐਲੀਮੈਂਟ ਦੇ ਐਟਮ ਆਪਸ ਦੇ ਵਿੱਚ ਜੁੜ ਕੇ ਮੋਲੀਕਿਊਲ ਬਣਾਉਂਦੇ ਆ ਉਹਨੂੰ ਅਸੀਂ ਕਹਿੰਦੇ ਆ ਮੋਲੀਕਿਊਲ ਆਫ ਐਲੀਮੈਂਟਸ। ਮੋਲੀਕਿਊਲਸ ਆਫ ਐਲੀਮੈਂਟਸ, ਮੋਲੀਕਿਊਲ ਆਫ ਐਲੀਮੈਂਟ मतलब वो मॉलीक्यूल ਜਿਹੜੇ ਇੱਕੋ ਹੀ ਤਰ੍ਹਾਂ ਦੇ ਐਲੀਮੈਂਟ ਦੇ ਐਟਮਸ ਦੇ ਬਣੇ ਹੋਏ ਹੁੰਦੇ ਆ। ਫॉर एग्जांपल ऑक्सीजन, ਇਹਦੇ ਵਿੱਚ ਦੋਨੋਂ ਐਟਮ ਕਿਹੜੇ ਆ? ਆਕਸੀਜਨ ਦੇ ਆ। ठीक, इस तरह हाइड्रोजन, ਇਹਦੇ ਵਿੱਚ ਦੋਨੋਂ ਐਟਮ ਕਿਹੜੇ ਆ? ਉਹ ਹਾਈਡਰੋਜਨ ਦੇ ਆ। ਸੋ ਇਹਨਾਂ ਨੂੰ ਅਸੀਂ ਕਵਾਂਗੇ ਮੋਲੀਕਿਊਲ ਆਫ ਐਲੀਮੈਂਟਸ। ਸਿਮਿਲਰਲੀ ਮੋਲੀਕਿਊਲ ਆਫ ਕੰਪਾਊਂਡ, ਮੋਲੀਕਿਊਲ ਆਫ ਕੰਪਾਊਂਡ, ਮੋਲੀਕਿਊਲ ਆਫ ਕੰਪਾਊਂਡ so which are made up of atoms of different elements। molecules of compound, molecule of compound, in these molecules atoms of different elements are combined together by chemical bond। मतलब इस तरह ਦੇ molecule ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕੀ ਕਿਹਾ ਜੀ? molecules of compounds। ਇਹਨਾਂ ਮੋਲੀਕਿਊਲ ਜਿਹੜੇ ਅਲੱਗ-ਅਲੱਗ ਐਲੀਮੈਂਟ ਦੇ ਐਟਮਸ ਦੇ ਬਣੇ ਹੋਏ ਹੋਣ, ਜਿਸ ਤਰ੍ਹਾਂ ਵਾਟਰ ਹੈ। ਵਾਟਰ ਦੇ ਵਿੱਚ ਸਾਡੇ ਕੋਲ ਇੱਕ ਐਲੀਮੈਂਟ ਆਕਸੀਜਨ ਹੈ, ਦੂਸਰਾ ਐਲੀਮੈਂਟ ਹਾਈਡਰੋਜਨ ਹੈ ਔਰ ਇਹਨਾਂ ਦੋਨਾਂ ਐਲੀਮੈਂਟ ਦੇ ਐਟਮ ਜਿਹੜੇ ਇੱਕ ਦੂਜੇ ਨਾਲ ਕੈਮੀਕਲ ਬੌਂਡ ਦੇ ਥਰੂ ਜੁੜੇ ਹੋਏ ਆ। ਇਸੇ ਤਰ੍ਹਾਂ ਅਸੀਂ ਐਗਜ਼ਾਮਪਲ ਲੈ ਲਈਏ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਦੇ ਕੇਸ ਦੇ ਵਿੱਚ ਵੀ ਸਾਡੇ ਕੋਲ ਇੱਕ ਕਾਰਬਨ ਐਟਮ ਦੋ ਆਕਸੀਜਨ ਐਟਮ ਦੇ ਨਾਲ ਡਬਲ ਬੌਂਡ ਦੇ ਥਰੂ ਜੁੜਿਆ ਹੋਇਆ ਹੁੰਦਾ ਹੈ। ਇਸੇ ਤਰ੍ਹਾਂ ਐਗਜ਼ਾਮਪਲ ਜੇ ਅਸੀਂ ਮੀਥੇਨ ਦੀ ਲੈ ਲਈਏ, ਮੀਥੇਨ ਦੇ ਕੇਸ ਦੇ ਵਿੱਚ दो तरह के एलीमेंट है, एक कार्बन है तो दूसरा हाइड्रोजन है और ये एटम आपस ਦੇ ਵਿੱਚ ਇੱਕ ਦੂਜੇ ਨਾਲ ਕੈਮੀਕਲ ਬੌਂਡ ਦੇ ਥਰੂ ਜੁੜੇ ਹੋਏ ਆ। ਤਾਂ ਇਦਾਂ ਦੇ ਮੋਲੀਕਿਊਲ ਜਿਹਦੇ ਚੋਂ ਇੱਕ ਦੇ ਨਾਲੋਂ ਵੱਧ ਤਰ੍ਹਾਂ ਦੇ ਐਲੀਮੈਂਟ ਦੇ ਐਟਮ ਪ੍ਰੈਜ਼ੈਂਟ ਹੋਣ ਉਹਨਾਂ ਨੂੰ ਅਸੀਂ ਕਹਿੰਦੇ ਆ ਮੋਲੀਕਿਊਲਸ ਆਫ ਕੰਪਾਊਂਡ। ਔਰ ਜਿਹੜੇ ਮੋਲੀਕਿਊਲਸ ਦੇ ਵਿੱਚ ਇੱਕੋ ਹੀ ਐਲੀਮੈਂਟ ਦੇ ਐਟਮ ਪ੍ਰੈਜ਼ੈਂਟ ਹੋਣ ਉਹਨਾਂ ਨੂੰ ਅਸੀਂ ਕਹਿੰਦੇ ਆ ਮੋਲੀਕਿਊਲਸ ਆਫ ਐਲੀਮੈਂਟਸ। ਇਸ ਤੋਂ ਇਲਾਵਾ ਹੋਰ ਤਰੀਕੇ ਨਾਲ ਵੀ ਅਸੀਂ ਮੋਲੀਕਿਊਲ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ, ਕਲਾਸੀਫਾਈ ਕਰ ਸਕਦੇ ਹਾਂ। ਟਾਈਪਸ ਆਫ ਮੋਲੀਕਿਊਲ ਅਕੋਰਡਿੰਗ ਟੂ ਨੰਬਰ ਆਫ ਐਟਮਸ। ਕਿਸੇ ਵੀ ਮੋਲੀਕਿਊਲ ਦੇ ਵਿੱਚ ਕਿੰਨੇ ਐਟਮ ਹੈ? ਜੇ ਕਿਸੇ ਮੋਲੀਕਿਊਲ ਦੇ ਵਿੱਚ ਸਪੋਜ਼ ਸਟੂਡੈਂਟ ਸਾਡੇ ਕੋਲ ਦੋ ਐਟਮ ਪ੍ਰੈਜ਼ੈਂਟ ਹੋਣ, ਮੰਨ ਲਓ ਸਾਡੇ ਕੋਲ ਆਹ ਮੋਲੀਕਿਊਲ ਹੈ ਹਾਈਡਰੋਜਨ, ਇਹਦੇ ਵਿੱਚ ਹਾਈਡਰੋਜਨ ਦੇ ਕਿੰਨੇ ਐਟਮ ਪ੍ਰੈਜ਼ੈਂਟ ਹੈ? ਦੋ। ਤਾਂ ਇਸ ਮੋਲੀਕਿਊਲ ਨੂੰ ਅਸੀਂ ਕਵਾਂਗੇ ਡਾਈ ਐਟੋਮਿਕ ਮੋਲੀਕਿਊਲ। ਇਸੇ ਤਰ੍ਹਾਂ ਓਜ਼ੋਨ ਗੈਸ ਦੇ ਵਿੱਚ ਆਕਸੀਜਨ ਦੇ ਕਿੰਨੇ ਐਟਮ ਪ੍ਰੈਜ਼ੈਂਟ ਹੈ? ਤਿੰਨ। ਇਸ ਕਰਕੇ ਇਸ ਮੋਲੀਕਿਊਲ ਨੂੰ ਅਸੀਂ ਕਵਾਂਗੇ ਟਰਾਈ ਐਟੋਮਿਕ ਮੋਲੀਕਿਊਲ।
ਸਿਮਿਲਰਲੀ ਜੇ 4 ਹੋਣ ਤਾਂ ਫਿਰ ਅਸੀਂ ਇਹਨੂੰ ਕਹਿੰਦੇ ਆ ਟੈਟਰਾ ਐਟੋਮਿਕ ਮੋਲੀਕਿਊਲ, ਰਾਈਟ। ਹੁਣ ਇਹ ਜਿਹੜੇ ਆ ਜਿੰਨੇ ਵੀ ਮੋਲੀਕਿਊਲ ਅਸੀਂ ਲਿੱਤੇ ਆ ਇਹਨਾਂ ਸਾਰਿਆਂ ਦੇ ਵਿੱਚ ਇੱਕੋ ਹੀ ਐਲੀਮੈਂਟ ਦੇ ਐਟਮ ਹੈ, ਠੀਕ। ਇਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਕੀ ਕਵਾਂਗੇ, ਮੋਲੀਕਿਊਲਸ ਆਫ ਐਲੀਮੈਂਟਸ। ਮੋਲੀਕਿਊਲਸ ਆਫ ਐਲੀਮੈਂਟਸ ਇਹ ਪਹਿਲੇ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਕਲਾਸੀਫਾਈ ਕੀਤਾ ਹੈ, ਰਾਈਟ। ਦੂਸਰੇ ਤਰੀਕੇ ਦੇ ਵਿੱਚ ਅਸੀਂ ਕਲਾਸੀਫਾਈ ਕੀਤਾ ਹੈ ਕਿ ਕਿਸੇ ਵੀ ਮੋਲੀਕਿਊਲ ਦੇ ਵਿੱਚ ਕਿੰਨੇ ਐਟਮ ਪ੍ਰੈਜ਼ੈਂਟ ਹੈ। ਸੋ ਦਿਸ ਇਜ਼ ਡਾਈਐਟੋਮਿਕ, ਟ੍ਰਾਈਐਟੋਮਿਕ, ਟੈਟਰਾ ਐਟੋਮਿਕ। ਕਿਸੇ ਮੋਲੀਕਿਊਲ ਦੇ ਵਿੱਚ ਜਿੰਨੇ ਐਟਮ ਪ੍ਰੈਜ਼ੈਂਟ ਹੁੰਦੇ ਆ ਅਸੀਂ ਉਹਨੂੰ ਉਸ ਮੋਲੀਕਿਊਲ ਦੀ ਐਟੋਮਿਸਿਟੀ ਕਹਿੰਦੇ ਆ, ਐਟੋਮਿਸਿਟੀ, ਰਾਈਟ। ਇਸ ਐਲੀਮੈਂਟ ਸਾਡੇ ਕੋਲ ਮੋਲੀਕਿਊਲ ਦੀ ਐਟੋਮਿਸਿਟੀ ਕਿੰਨੀ ਹੈ, 2। ਇਸ ਮੋਲੀਕਿਊਲ ਦੀ ਐਟੋਮਿਸਿਟੀ ਕਿੰਨੀ ਹੈ, 3। ਇਸ ਮੋਲੀਕਿਊਲ ਦੀ ਐਟੋਮਿਸਿਟੀ ਕਿੰਨੀ ਹੈ, 4, ਰਾਈਟ। ਇਸੇ ਤਰ੍ਹਾਂ ਰਾਜੇ ਸਾਡੇ ਕੋਲ ਹੋਰ ਜੇ ਅਸੀਂ ਮੋਲੀਕਿਊਲਸ ਆਫ ਕੰਪਾਊਂਡ ਲਈਏ, ਮੋਲੀਕਿਊਲਸ ਆਫ ਕੰਪਾਊਂਡ ਦੇ ਵਿੱਚ ਸਾਡੇ ਕੋਲ ਜਿਸ ਤਰ੍ਹਾਂ ਵਾਟਰ ਹੈ, ਵਾਟਰ ਦੇ ਵਿੱਚ ਸਾਡੇ ਕੋਲ 2 ਐਟਮ ਹਾਈਡਰੋਜਨ ਦੇ ਆ, 1 ਐਟਮ ਆਕਸੀਜਨ ਦੇ ਆ, ਤਾਂ ਟੋਟਲ ਨੰਬਰ ਆਫ ਐਟਮਸ ਕਿੰਨੇ ਹੋ ਗਏ ਸਾਡੇ ਕੋਲ, 3। ਇਸ ਕਰਕੇ ਇਸ ਮੋਲੀਕਿਊਲ ਨੂੰ ਅਸੀਂ ਕਵਾਂਗੇ ਟ੍ਰਾਈ ਐਟੋਮਿਕ ਮੋਲੀਕਿਊਲ, ਰਾਈਟ। ਇਸੇ ਤਰ੍ਹਾਂ ਅਮੋਨੀਆ NH3, ਅਮੋਨੀਆ ਇਹਦੇ ਚ 3 ਐਟਮ ਜਿਹੜੇ ਆ ਉਹ ਹਾਈਡਰੋਜਨ ਦੇ ਪ੍ਰੈਜ਼ੈਂਟ ਹੈ, 1 ਐਟਮ ਨਾਈਟ੍ਰੋਜਨ ਦਾ ਪ੍ਰੈਜ਼ੈਂਟ ਹੈ। ਕੁੱਲ ਕਿੰਨੇ ਐਟਮ ਹੋ ਗਏ, 4। ਇਸ ਕਰਕੇ ਇਸ ਮੋਲੀਕਿਊਲ ਨੂੰ ਅਸੀਂ ਕਵਾਂਗੇ ਟੈਟਰਾ ਐਟੋਮਿਕ। ਇਹਦਾ ਮਤਲਬ ਇਸ ਮੋਲੀਕਿਊਲ ਦੀ ਐਟੋਮਿਸਿਟੀ ਕਿੰਨੀ ਹੋਗੀ, 4। ਇਹਦੀ ਐਟੋਮਿਸਿਟੀ ਕਿੰਨੀ ਹੋਗੀ, 3। ਸਿਮਿਲਰਲੀ ਮੀਥੇਨ ਲੈ ਲਈਏ, ਮੀਥੇਨ ਦੇ ਕੇਸ ਦੇ ਵਿੱਚ 4 ਹਾਈਡਰੋਜਨ ਪ੍ਰੈਜ਼ੈਂਟ ਹੈ, 1 ਕਾਰਬਨ, ਤਾਂ ਟੋਟਲ ਐਟੋਮਿਸਿਟੀ ਕਿੰਨੀ ਹੋਗੀ ਜੀ, 5। ਸੋ ਦਿਸ ਮੋਲੀਕਿਊਲ ਵਿਲ ਬੀ ਪੈਂਟਾ ਐਟੋਮਿਕ। ਵਰਡ ਨਹੀਂ ਅਸੀਂ ਯੂਜ਼ ਕਰਾਂਗੇ ਇੱਥੇ, ਅਸੀਂ ਇਹਨੂੰ ਕਵਾਂਗੇ ਪੋਲੀ ਐਟੋਮਿਕ ਮੋਲੀਕਿਊਲ। ਸਿਮਿਲਰਲੀ ਸਲਫਿਊਰਿਕ ਐਸਿਡ H2SO4, ਤਾਂ ਇਹਦੇ ਵਿੱਚ ਟੋਟਲ ਕਿੰਨੇ ਐਟਮ ਪ੍ਰੈਜ਼ੈਂਟ ਹੈ, 2 ਹਾਈਡਰੋਜਨ ਦੇ ਐਟਮ, 1 ਸਲਫਰ ਦਾ ਤੇ 4 ਆਕਸੀਜਨ। 4 is 2 6 6 + 1 7। ਸੋ ਇਹਨੂੰ ਅਸੀਂ ਹੈਪਟਾਟੋਮਿਕ ਨਹੀਂ ਕਵਾਂਗੇ, ਇਹਦੇ ਵਾਸਤੇ ਟਰਮ ਕੀ ਯੂਜ਼ ਕਰਾਂਗੇ ਅਸੀਂ, ਪੋਲੀ ਐਟੋਮਿਕ। ਸੋ ਇਹ ਜਿਹੜੇ ਮੋਲੀਕਿਊਲ ਹੈ, ਜੇ ਪਹਿਲੀ ਕਲਾਸੀਫਿਕੇਸ਼ਨ ਦੇ ਮੁਤਾਬਿਕ ਦੇਖੀਏ, ਇਹ ਸਾਰੇ ਮੋਲੀਕਿਊਲ ਕਿਹੜੇ ਆ, ਮੋਲੀਕਿਊਲ ਆਫ ਕੰਪਾਊਂਡ। So these are the molecules of compound and these are the molecules of elements, right? So ਇਹ ਹੋ ਗਿਆ mode of classification of molecules. Next ਜਿਹੜੀ ਚੀਜ਼ ਸਟੂਡੈਂਟਸ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ions. Ions ਕੀ ਹੁੰਦੇ ਆ? Ions an atom or group of atom having positive or negative charge are called the ions. ਜੇ ਕਿਸੇ ਇੱਕ ਐਟਮ ਤੇ ਜਾਂ ਗਰੁੱਪ ਆਫ ਐਟਮ ਤੇ, ਜਿਸ ਤਰ੍ਹਾਂ ਮੈਂ ਇਸ ਚੀਜ਼ ਨੂੰ ਮੈਂ ਸੋਡੀਅਮ ਐਟਮ ਨਹੀਂ ਕਵਾਂਗੀ, ਸੋਡੀਅਮ ਆਇਨ ਕਵਾਂਗੀ, ਔਰ ਇਹਦੇ ਉੱਤੇ ਕਿੰਨਾ ਚਾਰਜ ਹੈ, ਪੋਜ਼ਿਟਿਵ 1 ਚਾਰਜ ਹੈ, ਤਾਂ ਇਹਨੂੰ ਅਸੀਂ ਸੋਡੀਅਮ ਐਟਮ ਨਹੀਂ ਕਵਾਂਗੇ, ਸੋਡੀਅਮ ਆਇਨ ਕਵਾਂਗੇ। ਸਿਮਿਲਰਲੀ ਕਲੋਰੀਨ ਹੈ, ਕਲੋਰੀਨ ਤੇ -1 ਚਾਰਜ ਲਾ ਦਈਏ, ਹੁਣ ਅਸੀਂ ਇਹਨੂੰ ਕਲੋਰੀਨ ਐਟਮ ਨਹੀਂ ਕਵਾਂਗੇ, ਕਲੋਰਾਈਡ ਆਇਨ ਕਵਾਂਗੇ, ਰਾਈਟ। ਤਾਂ ਆਇਨ ਕੀ ਹੈ, ਆਇਨ ਸਾਡੇ ਕੋਲ ਕੋਈ ਵੀ ਐਟਮ ਜਾਂ ਗਰੁੱਪ ਆਫ ਐਟਮ, ਜਿਸ ਤਰ੍ਹਾਂ ਮੈਂ ਲਿੱਤਾ CO3-2, ਇਸ ਆਇਨ ਨੂੰ ਅਸੀਂ ਕਹਿੰਦੇ ਆ ਕਾਰਬੋਨੇਟ ਆਇਨ, ਰਾਈਟ। ਹੁਣ ਇੱਥੇ ਇੱਕ ਐਟਮ ਨਹੀਂ ਹੈਗਾ ਸਾਡੇ ਕੋਲ, ਗਰੁੱਪ ਆਫ ਐਟਮ ਹੈ, ਪਰ ਉਹ ਨਿਊਟਰਲ ਨਹੀਂ ਹੈਗਾ, ਉਹਦੇ ਉੱਪਰ -2 ਚਾਰਜ ਲੱਗਿਆ ਹੋਇਆ। ਇਸ ਕਰਕੇ ਅਸੀਂ ਇਹਨੂੰ ਮੋਲੀਕਿਊਲ ਨਹੀਂ ਕਵਾਂਗੇ, ਬਲਕਿ ਕੀ ਕਵਾਂਗੇ, ਆਇਨ ਕਵਾਂਗੇ। ਸੋ ਦਿਸ ਸਪੀਸੀਜ਼ ਇਜ਼ ਨੋਨ ਐਜ਼ ਦਾ ਆਇਨ। ਜਦੋਂ ਕਿਸੇ ਵੀ ਐਟਮ ਦੇ ਉੱਤੇ ਜਾਂ ਗਰੁੱਪ ਆਫ ਐਟਮ ਦੇ ਉੱਤੇ ਚਾਰਜ ਅਪੇਅਰ ਹੋਵੇ, ਫਿਰ ਉਸ ਚਾਰਜ ਸਪੀਸੀਜ਼ ਨੂੰ ਅਸੀਂ ਐਟਮ ਮੋਲੀਕਿਊਲ ਨਹੀਂ ਕਹਿੰਦੇ, ਬਲਕਿ ਅਸੀਂ ਉਹਨਾਂ ਵਾਸਤੇ ਕਿਹੜੀ ਟਰਮ ਯੂਜ਼ ਕਰਦੇ ਹਾਂ, that term is known as ion. So these all species are known as ions. ਜਦੋਂ ਕਿਸੇ ਵੀ ਸਾਡੇ ਕੋਲ ਕੈਮੀਕਲ ਸਪੀਸੀਜ਼ ਦੇ ਉੱਤੇ ਚਾਰਜ ਦਿਸਣਾ ਸ਼ੁਰੂ ਹੋ ਜਾਵੇ, ਫਿਰ ਤੁਸੀਂ ਉਹਨਾਂ ਨੂੰ ਐਟਮ ਮੋਲੀਕਿਊਲ ਨਹੀਂ ਕਹਿਣਾ, ਬਲਕਿ ਕੀ ਪ੍ਰੋਨਾਉਂਸ ਕਰਨਾ ਹੈ, ਦੇ ਆਰ ਨੋਨ ਐਜ਼ ਦਾ ਆਇਨਸ।
ਜੇ ਕਿਸੇ ਆਇਨ ਦੇ ਉੱਤੇ ਪੋਜ਼ਿਟਿਵ ਚਾਰਜ ਹੋਵੇ ਅਸੀਂ ਉਹਨੂੰ ਕਹਿੰਦੇ ਆ ਇਲੈਕਟ੍ਰੋਪੋਜ਼ਿਟਿਵ ਆਇਨ, ਔਰ ਜੇ ਕਿਸੇ ਆਇਨ ਦੇ ਉੱਤੇ ਨੈਗੇਟਿਵ ਚਾਰਜ ਹੋਵੇ ਅਸੀਂ ਉਹਨੂੰ ਕਹਿੰਦੇ ਆ ਇਲੈਕਟ੍ਰੋਨੈਗੇਟਿਵ ਆਇਨ। ਸੋ ਦ ਚਾਰਜ ਸਪੀਸੀਜ਼ ਆਰ ਨੋਨ ਐਜ਼ ਦ ਆਇਨਸ। ਚਾਰਜ ਸਪੀਸੀਜ਼ ਆਫ ਐਨ ਐਟਮ ਇਜ਼ ਨੋਨ ਐਜ਼ ਆਇਨਸ। ਔਰ ਇਹ ਆਇਨ ਬਣਦੇ ਕਿਵੇਂ ਆ, ਆਇਨ ਬਣਦੇ ਕਿਵੇਂ ਆ ਅਸੀਂ ਇਹ ਵੀ ਡਿਸਕਸ ਕਰਦੇ ਆ। ਆਇਨ ਜਿਹੜੇ ਬਣਦੇ ਆ ਥਰੂ ਦਾ ਗੇਨ ਔਰ ਲਾਸ ਆਫ ਇਲੈਕਟ੍ਰੋਨ। ਮੰਨ ਲਓ ਆ ਰਾਜੇ ਸਾਡੇ ਕੋਲ ਸੋਡੀਅਮ ਐਟਮ ਹੈ, ਜੇ ਤੁਸੀਂ ਇਹਦਾ ਸੋਡੀਅਮ ਦਾ ਐਟੋਮਿਕ ਨੰਬਰ 11 ਹੁੰਦਾ ਹੈ, 11 ਤੇ ਇਹਦਾ ਮਤਲਬ ਇਹਦੇ ਕੋਲ 11 ਇਲੈਕਟ੍ਰੋਨ ਹੈ। ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ, ਦੂਸਰੇ ਦੇ ਵਿੱਚ 8 ਔਰ ਤੀਸਰੇ ਦੇ ਵਿੱਚ 1 ਇਲੈਕਟ੍ਰੋਨ। ਸੋ ਦਿਸ ਇਜ਼ ਨੋਨ ਐਜ਼ ਦਾ ਇਲੈਕਟ੍ਰੋਨਿਕ ਡਿਸਟ੍ਰੀਬਿਊਸ਼ਨ ਆਫ ਸੋਡੀਅਮ। ਔਰ ਸੋਡੀਅਮ ਸਪੋਜ਼ 1 ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ, ਰਾਈਟ। ਜਦੋਂ ਸੋਡੀਅਮ ਨੇ 1 ਇਲੈਕਟ੍ਰੋਨ ਕਿਸੇ ਨੂੰ ਦੇਤਾ ਤਾਂ ਸੋਡੀਅਮ ਐਟਮ ਨਹੀਂ ਰਹੂਗਾ, ਸੋਡੀਅਮ ਆਇਨ ਬਣ ਜਾਊਗਾ। ਔਰ ਇਹਦੇ ਤੇ ਚਾਰਜ ਕਿਸ ਤਰ੍ਹਾਂ ਅਪੇਅਰ ਹੋਇਆ, ਅਸੀਂ ਜੇ ਕਿਸੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ ਦੇਖੀਏ ਤਾਂ ਜਿੰਨਾ ਕਿਸੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ ਹੁੰਦਾ ਉਹਦੇ ਕੋਲ ਓਨੇ ਹੀ ਪ੍ਰੋਟੋਨ ਹੁੰਦੇ ਆ। ਤਾਂ ਸੋਡੀਅਮ ਦੇ ਕੇਸ ਦੇ ਵਿੱਚ ਪ੍ਰੋਟੋਨ ਦਾ ਨੰਬਰ ਕਿੰਨਾ ਹੈ, 11। ਐਟਮ ਐਜ਼ ਏ ਹੋਲ ਨਿਊਟਰਲ ਹੈ, ਜਿਹੜੇ ਪ੍ਰੋਟੋਨ ਹੈ ਇਹਨਾਂ ਦੇ ਉੱਤੇ ਕਿਹੜਾ ਚਾਰਜ ਹੁੰਦਾ ਹੈ, ਪੋਜ਼ਿਟਿਵ। ਇਹਦਾ ਮਤਲਬ ਇਹਦੇ ਕੋਲ 11 ਯੂਨਿਟ ਪੋਜ਼ਿਟਿਵ ਚਾਰਜ ਹੈ। ਔਰ ਐਟਮ ਐਜ਼ ਏ ਹੋਲ ਨਿਊਟਰਲ ਹੈ, ਇਹਦਾ ਮਤਲਬ ਇਹਦੇ ਚ 11 ਯੂਨਿਟ ਕਿਸੇ ਚੀਜ਼ ਤੇ ਨੈਗੇਟਿਵ ਚਾਰਜ ਵੀ ਹੋਊਗਾ। ਤਾਂ ਦਿਸ ਮੀਨ ਟੂ ਸੇ ਇਹਦੇ ਚ ਜਿਹੜੇ ਇਲੈਕਟ੍ਰੋਨ ਹੈ ਔਰ ਉਹਨਾਂ ਦਾ ਨੰਬਰ ਵੀ ਕਿੰਨਾ ਹੋਊਗਾ, 11, ਔਰ ਉਹਦੇ ਤੇ ਕਿਹੜਾ ਚਾਰਜ ਹੋਊਗਾ, ਨੈਗੇਟਿਵ। ਦਿਸ ਮੀਨ ਟੂ ਸੇ ਸੋਡੀਅਮ ਦੇ ਐਟਮ ਕੋਲ 11 ਯੂਨਿਟ ਪੋਜ਼ਿਟਿਵ ਚਾਰਜ ਹੈ, 11 ਯੂਨਿਟ ਨੈਗੇਟਿਵ ਚਾਰਜ ਹੈ। ਔਰ ਜੇ ਅਸੀਂ ਨੈਟ ਚਾਰਜ ਦੇਖੀਏ ਤਾਂ ਸੋਡੀਅਮ ਦੇ ਉੱਤੇ 0 ਹੈ, ਰਾਈਟ। ਲੇਕਿਨ ਜਦੋਂ ਸੋਡੀਅਮ ਨੇ 1 ਇਲੈਕਟ੍ਰੋਨ ਕਿਸੇ ਨੂੰ ਦੇ ਦਿੱਤਾ ਤਾਂ ਇਹਦੇ ਚ ਪ੍ਰੋਟੋਨ ਦਾ ਨੰਬਰ ਤਾਂ ਵੇਰੀ ਨਹੀਂ ਹੋਇਆ, ਕਿਉਂਕਿ ਪ੍ਰੋਟੋਨ ਨਹੀਂ ਦਿੱਤਾ, ਇਲੈਕਟ੍ਰੋਨ ਦਿੱਤਾ ਹੈ। ਤਾਂ ਇਹਦੇ ਚ 11 ਯੂਨਿਟ ਪੋਜ਼ਿਟਿਵ ਚਾਰਜ ਤਾਂ ਐਸਾ ਚ ਰਿਹਾ, ਲੇਕਿਨ ਇਲੈਕਟ੍ਰੋਨ ਕਰਕੇ ਜਿਹੜਾ ਇਹਦੇ ਕੋਲ 11 ਯੂਨਿਟ ਨੈਗੇਟਿਵ ਚਾਰਜ ਹੈ ਉਹ 1 ਯੂਨਿਟ ਘਟ ਕੇ 10 ਯੂਨਿਟ ਰਹਿ ਗਿਆ। ਔਰ ਨੈਟ ਚਾਰਜ ਇਹਦੇ ਤੇ ਜਿਹੜਾ ਅਪੇਅਰ ਹੋਇਆ ਉਹ ਕੀ ਹੋਇਆ, +1। ਤਾਂ ਜਿਹੜਾ ਸਾਡੇ ਕੋਲ ਪੋਜ਼ਿਟਿਵ ਆਇਨ ਸੋਡੀਅਮ ਆਇਨ ਹੈ ਇਹਦੇ ਚ ਪ੍ਰੋਟੋਨ ਦਾ ਨੰਬਰ ਇਲੈਕਟ੍ਰੋਨ ਦੇ ਨੰਬਰ ਨਾਲੋਂ ਵਧਣ ਕਰਕੇ ਸਾਡੇ ਕੋਲ ਇਹਦੇ ਤੇ ਕਿਹੜਾ ਚਾਰਜ ਅਪੇਅਰ ਹੋਇਆ, ਪੋਜ਼ਿਟਿਵ ਚਾਰਜ ਅਪੇਅਰ ਹੋਇਆ। ਤਾਂ ਜਿਹੜੇ ਪੋਜ਼ਿਟਿਵ ਚਾਰਜ ਵਾਲੇ ਆਇਨਸ ਹੁੰਦੇ ਆ ਇਹਨਾਂ ਨੂੰ ਅਸੀਂ ਪ੍ਰੋਨਾਉਂਸ ਕਰਦੇ ਆ ਕੇਟਾਇਨਸ। ਔਰ ਕੇਟਾਇਨਸ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹਨਾਂ ਕੋਲ ਪ੍ਰੋਟੋਨ ਦਾ ਨੰਬਰ ਹਮੇਸ਼ਾ ਇਲੈਕਟ੍ਰੋਨ ਦੇ ਨੰਬਰ ਨਾਲੋਂ ਜ਼ਿਆਦਾ ਹੁੰਦਾ ਹੈ, ਰਾਈਟ। ਜਿਹਦੇ ਕਰਕੇ ਨੈਟ ਚਾਰਜ ਇਹਦੇ ਤੇ ਅਪੇਅਰ ਕਿਹੜਾ ਹੁੰਦਾ, ਹਮੇਸ਼ਾ ਪੋਜ਼ਿਟਿਵ ਹੁੰਦਾ ਹੈ। ਔਰ ਜੇ ਅਸੀਂ ਇਹਦੇ ਕੰਪੈਰੀਟਿਵਲੀ ਨੈਗੇਟਿਵ ਆਇਨ ਲਈਏ, ਮੰਨ ਲਓ ਮੈਂ ਆਕਸੀਜਨ ਲਿੱਤਾ, ਆਕਸੀਜਨ ਦਾ ਐਟੋਮਿਕ ਨੰਬਰ 8 ਹੈ। ਆਕਸੀਜਨ ਦਾ ਐਟੋਮਿਕ ਨੰਬਰ 8 ਹੋਣ ਕਰਕੇ ਇਹਦੇ ਕੋਲ ਇਲੈਕਟ੍ਰੋਨ ਦੀ ਡਿਸਟ੍ਰੀਬਿਊਸ਼ਨ ਕੀ ਹੈ, 2 6। ਔਰ ਆਕਸੀਜਨ ਨੂੰ ਸਪੋਜ਼ ਕਿਸੇ ਨੇ 2 ਇਲੈਕਟ੍ਰੋਨ ਡੋਨੇਟ ਕਰਦੇ, ਰਾਈਟ। 2 ਇਲੈਕਟ੍ਰੋਨ ਡੋਨੇਟ ਕਰਨ ਤੇ ਆਕਸੀਜਨ ਨਹੀਂ ਰਿਹਾ ਬਲਕਿ ਆਕਸਾਈਡ ਆਇਨ ਬਣ ਗਿਆ। ਔਰ ਇਹਦੇ ਕੋਲ ਹੁਣ ਇਲੈਕਟ੍ਰੋਨ ਕਿੰਨੇ ਹੋ ਗਏ, 2 8। ਔਰ ਜੇ ਆਪਾਂ ਇਹਦੀ ਬੇਸਿਕ ਕੰਪੋਨੈਂਟ ਪੜ੍ਹੀਏ ਤਾਂ ਇਹਦੇ ਕੋਲ ਪ੍ਰੋਟੋਨ ਕਿੰਨੇ ਆ ਜੀ, ਜਿੰਨਾ ਇਹਦਾ ਐਟੋਮਿਕ ਨੰਬਰ ਹੁੰਦਾ ਕਿਸੇ ਵੀ ਐਲੀਮੈਂਟ ਦੇ ਐਟੋਮਿਕ ਨੰਬਰ ਉਹਦੇ ਪ੍ਰੋਟੋਨ ਦੇ ਨੰਬਰ ਦੇ ਬਰਾਬਰ ਹੁੰਦਾ ਹੈ। ਸੋ ਪ੍ਰੋਟੋਨ ਸਾਡੇ ਕੋਲ ਆਕਸੀਜਨ ਦੇ ਵਿੱਚ ਕਿੰਨੇ ਆ, ਪ੍ਰੋਟੋਨਸ 8। ਦਿਸ ਮੀਨ ਟੂ ਸੇ ਆਕਸੀਜਨ ਕੋਲ 8 ਯੂਨਿਟ ਪੋਜ਼ਿਟਿਵ ਚਾਰਜ ਹੈ। ਔਰ ਕਿਉਂਕਿ ਆਕਸੀਜਨ ਐਜ਼ ਏ ਹੋਲ ਨਿਊਟਰਲ ਹੈ, ਦਿਸ ਮੀਨ ਟੂ ਸੇ ਇਹਦੇ ਕੋਲ 8 ਯੂਨਿਟ ਹੀ ਨੈਗੇਟਿਵ ਚਾਰਜ ਹੋਣਾ ਚਾਹੀਦਾ। ਔਰ ਨੈਗੇਟਿਵ ਚਾਰਜ ਕਿਹੜੇ ਪਾਰਟੀਕਲ ਬੇਅਰ ਕਰਦੇ, ਦੇ ਆਰ ਨੋਨ ਐਜ਼ ਦਾ ਇਲੈਕਟ੍ਰੋਨਸ। ਸੋ ਨੈਟ ਚਾਰਜ ਔਨ ਦਾ ਆਕਸੀਜਨ ਐਟਮ ਵਿਲ ਬੀ 0। ਜਦੋਂ ਇਹਨੇ ਕਿਸੇ ਤੋਂ 2 ਇਲੈਕਟ੍ਰੋਨ ਗੇਨ ਕਰ ਲਏ, 2 ਇਲੈਕਟ੍ਰੋਨ ਗੇਨ ਕਰਨ ਤੋਂ ਬਾਅਦ ਇਲੈਕਟ੍ਰੋਨ ਗੇਨ ਕੀਤੇ ਆ, ਪ੍ਰੋਟੋਨ ਨਹੀਂ ਗੇਨ ਕੀਤੇ। ਪ੍ਰੋਟੋਨ ਦਾ ਨੰਬਰ ਇਹਦੇ ਚ 8 ਯੂਨਿਟ ਹੀ ਰਿਹਾ, ਲੇਕਿਨ ਇਲੈਕਟ੍ਰੋਨ ਜਿਹੜੇ ਆ ਪਹਿਲਾਂ ਇਹਦੇ ਕੋਲ 8 ਇਲੈਕਟ੍ਰੋਨ ਸੀ, 2 ਇਲੈਕਟ੍ਰੋਨ ਕਿਸੇ ਨੇ ਦੇਤੇ, ਟੋਟਲ ਇਲੈਕਟ੍ਰੋਨ ਕਿੰਨੇ ਹੋ ਗਏ, 10 ਇਲੈਕਟ੍ਰੋਨ। ਤਾਂ ਸਾਡੇ ਕੋਲ ਨੈਗੇਟਿਵ ਚਾਰਜ ਕਿੰਨਾ ਹੋ ਗਿਆ, 10 ਯੂਨਿਟ, ਔਰ ਪੋਜ਼ਿਟਿਵ ਚਾਰਜ 8 ਯੂਨਿਟ, ਔਰ ਨੈਟ ਚਾਰਜ ਸਾਡੇ ਕੋਲ ਕੀ ਆਊਗਾ, -2।
ਤਾਂ ਇਸ ਆਕਸਾਈਡ ਆਇਨਸ ਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਪ੍ਰੋਟੋਨ ਦੇ ਨੰਬਰ ਨਾਲੋਂ ਵਧਣ ਕਰਕੇ ਇਹਦੇ ਤੇ ਨੈਟ ਚਾਰਜ ਕਿਹੜਾ ਅਪੇਅਰ ਹੋਇਆ -2। ਤਾਂ ਇਸ -2 ਚਾਰਜ ਨੂੰ ਅਸੀਂ ਇਹਦੇ ਹੈਡ ਤੇ ਲਿਖ ਦਿੰਨੇ ਆ। ਸੋ ਦਿਸ ਇਜ਼ ਨੈਗੇਟਿਵ ਚਾਰਜ ਆਇਨ, ਔਰ ਇਹਨਾਂ ਨੈਗੇਟਿਵ ਚਾਰਜ ਆਇਨ ਨੂੰ ਅਸੀਂ ਪ੍ਰੋਨਾਉਂਸ ਕਰਦੇ ਆ anions. So they are known as anions. In case of anions, the number of electrons is greater than the number of protons. और जे ਅਸੀਂ कंपेयर करिए ਜਿਹੜੇ ions है, ions are basically are of two types. One is cation and other one is anions. Cations are electropositive species and anions are electronegative species. Cations are formed by the loss of electron and anions are formed by the gain of electrons. ਇਹਨੇ ਇਲੈਕਟ੍ਰੋਨ ਲਾਸ ਕੀਤੇ ਆ, ਇਸ ਕਰਕੇ ਕੈਟਾਇਨ ਦੇ ਕੇਸ ਦੇ ਵਿੱਚ ਜਿਹੜਾ ਇਲੈਕਟ੍ਰੋਨ ਦਾ ਨੰਬਰ ਹੈ ਲੈਸ ਹੋਊਗਾ ਪ੍ਰੋਟੋਨ ਦੇ ਨੰਬਰ ਦੇ ਨਾਲੋਂ, ਔਰ ਇਹਨੇ ਇਲੈਕਟ੍ਰੋਨ ਗੇਨ ਕੀਤੇ, ਇਸ ਕਰਕੇ ਇਹਦੇ ਕੇਸ ਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਜਿਹੜਾ ਉਹ ਗ੍ਰੇਟਰ ਹੋਊਗਾ ਪ੍ਰੋਟੋਨ ਦੇ ਨੰਬਰ ਦੇ ਨਾਲੋਂ। ਔਰ ਜੇ ਅਸੀਂ ਸਾਈਜ਼ ਕੰਪੇਅਰ ਕਰੀਏ, ਕੈਟਾਇਨ ਦੇ ਕੇਸ ਦੇ ਵਿੱਚ ਇਲੈਕਟ੍ਰੋਨ ਲੂਜ਼ ਹੋਏ ਆ, ਜਿਹਦੇ ਕਰਕੇ ਇਫੈਕਟਿਵ ਨਿਊਕਲੀਅਰ ਚਾਰਜ ਪਰ ਇਲੈਕਟ੍ਰੋਨ, ਮਤਲਬ ਨਿਊਕਲੀਅਸ ਦੇ ਪੋਜ਼ਿਟਿਵ ਚਾਰਜ ਦਾ ਅਸਰ ਪਰ ਇਲੈਕਟ੍ਰੋਨ ਵੱਧ ਜਾਂਦਾ, ਜਿਹਦੇ ਕਰਕੇ ਕੈਟਾਇਨ ਆਪਣੇ ਪੇਰੈਂਟ ਐਟਮ ਦੇ ਨਾਲੋਂ ਛੋਟਾ ਹੋ ਜਾਂਦਾ। ਇਸ ਕਰਕੇ ਕੈਟਾਇਨ ਸ਼ੁੱਡ ਬੀ ਸਮਾਲਰ ਦੈਨ ਇਟਸ ਪੇਰੈਂਟ ਐਟਮ। ਪੇਰੈਂਟ ਐਟਮ ਮਤਲਬ ਜਿਹਦੇ ਤੋਂ ਬਣੇ ਆ। ਔਰ ਐਨਾਇਨ ਦੇ ਕੇਸ ਦੇ ਵਿੱਚ ਕਿਉਂਕਿ ਇਲੈਕਟ੍ਰੋਨ ਦਾ ਨੰਬਰ ਵੱਧਦਾ ਹੈ ਤਾਂ ਇਫੈਕਟਿਵ ਨਿਊਕਲੀਅਰ ਚਾਰਜ ਪਰ ਇਲੈਕਟ੍ਰੋਨ ਘਟ ਜਾਂਦਾ, ਮਤਲਬ ਮੈਂਬਰ ਜ਼ਿਆਦਾ ਹੋ ਗਏ ਤੇ ਜਿਹੜੀ ਤਵੱਜੋ ਹੈ, ਜਿਹੜਾ ਧਿਆਨ ਹੈ ਨਿਊਕਲੀਅਸ ਦਾ ਪਰ ਇਲੈਕਟ੍ਰੋਨ ਘਟੂਗਾ, ਜਿਹਦੇ ਕਰਕੇ ਜਿਹੜਾ ਐਨਾਇਨ ਹੈ ਆਪਣੇ ਪੇਰੈਂਟ ਐਟਮ ਦੇ ਸਾਈਜ਼ ਦੇ ਨਾਲੋਂ ਵੱਡਾ ਹੋ ਜਾਂਦਾ ਹੈ। ਸੋ ਇਨ ਕੇਸ ਆਫ ਐਨਾਇਨ, ਜਿਹੜੇ ਐਨਾਇਨ ਹੈ ਦੇ ਆਰ ਲਾਰਜਰ in size than its parent atom. ਇਹ ਆਪਣੇ ਪੇਰੈਂਟ ਐਟਮ ਦੇ ਨਾਲੋਂ ਸਾਈਜ਼ ਦੇ ਵਿੱਚ ਵੱਡੇ ਹੋਣਗੇ। ਸੋ ਆਇਨ ਦੇ ਵਿੱਚ ਇੱਕ ਤਰ੍ਹਾਂ ਦੀ ਮੈਂ ਇਹਨਾਂ ਦੀਆਂ ਡੈਫੀਨੇਸ਼ਨਸ ਵੀ ਸਮਝਾ ਦਿੱਤੀਆਂ ਤੁਹਾਨੂੰ, ਔਰ ਆਇਨ ਦੇ ਕੇਸ ਦੇ ਵਿੱਚ ਟਾਈਪਸ ਵੀ ਸਮਝਾ ਦਿੱਤੀਆਂ, ਔਰ ਇਹਨਾਂ ਦੇ ਆਪਸੀ ਡਿਫਰੈਂਸ ਨੂੰ ਵੀ ਇੱਥੇ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇੱਥੇ ਅੱਜ ਦੇ ਲੈਕਚਰ ਦੇ ਵਿੱਚ ਆਪਾਂ 3 ਤਰ੍ਹਾਂ ਦੀਆਂ ਫੰਡਾਮੈਂਟਲ ਡੈਫੀਨੇਸ਼ਨਸ ਡਿਸਕਸ ਕੀਤੀਆਂ। ਕਿਹੜੀਆਂ? ਫਰਸਟ ਇਜ਼ ਦ ਡੈਫੀਨੇਸ਼ਨ ਆਫ ਐਟਮ, second is the definition of molecule, and third is the definition of ions. और फर्दर ਆਪਾਂ ਇਹਨਾਂ ਦੀਆਂ ਟਾਈਪ ਵੀ ਡਿਸਕਸ ਕੀਤੀਆਂ। ਮੋਲੀਕਿਊਲ ਦੇ ਕੇਸ ਦੇ ਵਿੱਚ ਇਹਨਾਂ ਦੀ ਕਲਾਸੀਫਿਕੇਸ਼ਨ ਡਿਸਕਸ ਕੀਤੀ ਆ, ਔਰ ਆਇਨਸ ਦੇ ਕੇਸ ਦੇ ਵਿੱਚ ਵੀ ਇਹਨਾਂ ਦੀ ਕਲਾਸੀਫਿਕੇਸ਼ਨ ਡਿਸਕਸ ਕੀਤੀ ਆ। ਸੋ ਸਟੂਡੈਂਟ, ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਆ, ਪਲੀਜ਼ ਉਹ ਕੁਐਸਚਨ ਜਿਹੜੇ ਆ ਉਹ ਨੋਟ ਕਰ ਲਓ। ਫਰਸਟ ਕੁਐਸਚਨ ਅੱਜ ਦੇ ਟੌਪਿਕ ਦੇ ਵਿੱਚੋਂ ਜਿਹੜਾ ਬਣਦਾ ਹੈ ਉਹ ਹੈ ਡਿਫਾਈਨ ਦਾ ਫੋਲੋਇੰਗ ਟਰਮਸ। ਕਿਹੜੀਆਂ ਟਰਮਸ ਹੈ ਜੀ? ਫਰਸਟ ਐਟਮ, ਸੈਕਿੰਡ ਵਨ ਇਜ਼ ਮੋਲੀਕਿਊਲ, ਐਂਡ ਥਰਡ ਵਨ ਇਜ਼ ਆਇਨ। ਇਸ ਤੋਂ ਇਲਾਵਾ ਅੱਜ ਦੇ ਵਿੱਚ ਸੈਕਿੰਡ ਕੁਐਸਚਨ ਜਿਹੜਾ ਬਣਦਾ ਹੈ, ਰਾਈਟ ਦਾ differences between ਦੋ ਡਿਫਰੈਂਸਿਸ ਇਹਦੇ ਚੋਂ ਬਣ ਰਹੇ ਆ। ਫਸਟ ਐਟਮ ਐਂਡ ਮੋਲੀਕਿਊਲ, ਔਰ ਦੂਸਰਾ ਜਿਹੜਾ ਡਿਫਰੈਂਸ ਇਹਦੇ ਵਿੱਚ ਆਪਾਂ ਲਿਖ ਸਕਦੇ ਆ ਐਟਮ ਐਂਡ ਆਇਨਸ, ਐਂਡ ਥਰਡ ਜਿਹੜਾ ਡਿਫਰੈਂਸ ਹੈ, so that is the difference between cations and anions. ਸੋ ਅੱਜ ਆਪਾਂ ਕੁਝ ਫੰਡਾਮੈਂਟਲ ਡੈਫੀਨੇਸ਼ਨਸ ਜਿਹੜੀਆਂ ਕੈਮਿਸਟਰੀ 'ਚ ਯੂਜ਼ ਹੁੰਦੀਆਂ ਐਟਮ, ਮੋਲੀਕਿਊਲ ਔਰ ਆਇਨਸ ਦੀਆਂ ਡਿਸਕਸ ਕੀਤੀਆਂ, ਔਰ ਸਟੂਡੈਂਟ ਨਾਲ ਦੀ ਨਾਲ ਆਪਾਂ ਉਹਨਾਂ ਦੇ ਵਿੱਚ ਡਿਫਰੈਂਸਿਸ ਜਿਹੜੇ ਆ ਉਹ ਵੀ ਡਿਸਕਸ ਕੀਤੇ ਆ। ਥੈਂਕ ਯੂ ਵੈਰੀ ਮਚ ਸਟੂਡੈਂਟਸ।